ਇਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਘਰ ਤੀਜਾ ਮਹੱਲਾ ਪਹਿਲਾ। ਲਖ ਲਸਕਰ ਲਖ ਵਾਜੇ ਨੇਜੇ, ਲਖ ਉਠ ਕਰੈ ਸਲਾਮ। ਲੱਖਾਂ ਉੱਪਰ ਫੁਰਮਾਇਸ਼ ਤੇਰੀ, ਲਖ ਉਠ ਰਾਖੈ ਮਾਨ। लख लश्कर लख वाजे नेजे, लख उठ करੈ सलाम। लखा ऊपर फुरमाइश तेरी, लख उठ राखै मान। जा पत लिखै ना पवै, तां सब निराफल काम। हर के नाम बिना जग धंधा, जे बहुता समझाइए भोला पीसो अंधो अंधा रहाओ। लख खटिया लख संझिया खाजै, लख आवे लख जाए। जा पत लेखै ना पवै, तां जी किथै फिर पाए। लख सास समझावनी, लख पंडित पढ़ै पुराण। जा पत लेखै ना पवै, तां सभे को परवान। सच नाम पति उपजै, कर्म नाम करतार। अहनस हिरदय जे वसै, नानक नदरी पार। सच नाम पति उपजै, कर्म नाम करतार। अहनिस हिरदय जे वसै, नानक नदरी पार। लख लश्कर लख वाजे नेजे, लख उठ करै सलाम। वाहिगुरु जी का खालसा, वाहिगुरु जी की फतेह। परम सम्मानयोग गुरु खालसा सत संगत जीओ, सतगुरु ने अपार बख्शिश कीती ਸਾਡੇ ਕਲਯੁਗੀ ਜੀਵਾਂ ਦੇ ਉਦਾਰ ਵਾਸਤੇ। ਜਿੱਥੇ ਪਾਵਨ 10 ਗੁਰੂ ਸਰੂਪ ਧਾਰਨ ਕੀਤੇ, ਉਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਇਸ ਬਾਣੀ ਦੀ ਮਹਿਮਾ ਅਪਰੰਪਾਰ ਹੈ। ਹਜ਼ੂਰ ਦੇ ਬਚਨ ਹਨ, ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰੋ ਤਾਰੇ। ਨਾਨਕ ਦਾਸ ਤੇਰੀ ਸਰਨਾਈ, ਸਦਾ ਸਦਾ ਬਲਿਹਾਰੇ। ਸਤਿਗੁਰੂ ਦੀ ਬਾਣੀ ਪਸ਼ੂਆਂ ਦਾ, ਪ੍ਰੇਤਾਂ ਦਾ, ਮੂਰਖਾਂ ਦਾ, ਪੱਥਰਾਂ ਦਾ ਵੀ ਉਧਾਰ ਕਰਨ ਵਾਲੀ ਹੈ। ਪਸ਼ੂ ਕੌਣ ਨੇ? ਜੋ ਅਚੇਤ ਅਵਸਥਾ ਵਿੱਚ ਵਿਚਰ ਰਹੇ ਹਨ। ਕਿਉਂਕਿ ਪਸ਼ੂ ਅਚੇਤ ਹੁੰਦਾ ਹੈ, ਉਹਨੂੰ ਇਹ ਨਹੀਂ ਪਤਾ ਮੇਰੇ ਜੀਵਨ ਦਾ ਮਨੋਰਥ ਕੀ ਹੈ। ਢਿੱਡ ਭਰ ਲਿਆ, ਸੌਂ ਲਿਆ, ਇਹ ਇੱਕ ਪਸ਼ੂ ਦਾ ਸੁਭਾਅ ਹੈ। ਕਿਸੇ ਕਵੀ ਨੇ ਪਸ਼ੂ ਤੇ ਮਨੁੱਖ ਵਿੱਚ ਕੀ ਫਰਕ ਹੈ ਤੇ ਕੀ ਸਮਾਨਤਾ ਹੈ, ਇਹਦੇ ਬਾਰੇ ਬਹੁਤ ਸੁੰਦਰ ਲਿਖਿਆ ਹੈ। ਨਿੰਦਰਾ ਭੋਜਨ ਭੋਗ ਭੈ, ਇਹ ਪਸ ਪੁਰਖ ਸਮਾਨ। ਨਰਨ ਗਿਆਨ ਨਿਜ ਅਦਕਤਾ, ਗਿਆਨ ਬਿਨਾ ਪਸ ਜਾਨ। ਮਨੁੱਖ ਤੇ ਪਸ਼ੂ ਵਿੱਚ ਜੇ ਕੋਈ ਅੰਤਰ ਹੈ, ਉਹ ਗਿਆਨ ਦਾ ਫਰਕ ਹੈ, ਬੁੱਧੀ ਦਾ ਫਰਕ ਹੈ, ਸਮਝ ਦਾ ਫਰਕ ਹੈ। ਜਿਹੜਾ ਗਿਆਨ, ਜਿਹੜੀ ਸਮਝ
ਇਸ ਮਨੁੱਖ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਦਿੱਤੀ ਹੈ, ਉਹ ਪਸ਼ੂ ਦੇ ਕੋਲ ਨਹੀਂ। ਬਾਕੀ ਸਾਰੀਆਂ ਗੱਲਾਂ ਸਮਾਨ ਨੇ। ਨਿੰਦਰਾ ਭੋਜਨ ਭੋਗ ਪੈ, ਮਨੁੱਖ ਵੀ ਖਾ ਪੀ ਕੇ ਆਰਾਮ ਕਰਦਾ ਹੈ, ਪਸ਼ੂ ਵੀ ਅਕਸਰ ਸੌਂ ਜਾਂਦਾ ਹੈ, ਮਨੁੱਖ ਵੀ ਪੇਟ ਭਰ ਲੈਂਦਾ ਹੈ, ਪਸ਼ੂ ਵੀ ਪੇਟ ਭਰ ਲੈਂਦਾ ਹੈ। ਨਿੰਦਰਾ ਭੋਜਨ ਭੋਗ ਪੈ, ਤੀਜੇ ਨੰਬਰ ਤੇ ਇਹ ਮਨੁੱਖ ਵਿਸ਼ਿਆਂ ਨੂੰ ਭੋਗਦਾ ਹੈ ਤੇ ਪਸ਼ੂ ਵੀ ਭੋਗ ਲੈਂਦਾ ਹੈ। ਮਨੁੱਖ ਤਕੜੇ ਤੋਂ ਡਰਦਾ ਹੈ, ਮਾੜੇ ਨੂੰ ਡਰਾਉਂਦਾ ਹੈ, ਪਸ਼ੂ ਦਾ ਵੀ ਅਕਸਰ ਇਹੀ ਸੁਭਾਅ ਹੁੰਦਾ ਹੈ। ਨਿੰਦਰਾ ਭੋਜਨ ਭੋਗ ਪੈ ਇਹ ਪਸਪੁਰਖ ਸਮਾਨ, ਇਹ ਮਨੁੱਖ ਤੇ ਪਸ਼ੂ ਦੇ ਇੱਕ ਸਮਾਨ ਗੁਣ ਨੇ। ਸੌਂ ਜਾਣਾ, ਪੇਟ ਭਰ ਲੈਣਾ, ਵਿਸ਼ਿਆਂ ਦਾ ਸੁੱਖ ਭੋਗ ਲੈਣਾ, ਤਗੜੇ ਤੋਂ ਡਰਨਾ, ਮਾੜੇ ਨੂੰ ਡਰਾਉਣਾ, ਇਹ ਚਾਰੇ ਗੁਣ ਮਨੁੱਖ ਤੇ ਪਸ਼ੂ ਵਿੱਚ ਇੱਕ ਸਮਾਨ ਨੇ। ਨਰਨ ਗਿਆਨ ਨਿਜ ਅਧਿਕਤਾ, ਗਿਆਨ ਬਿਨਾ ਪਸ ਜਾਨ, ਮਨੁੱਖ ਵਿੱਚ ਇਹੀ ਇੱਕ ਵਿਸ਼ੇਸ਼ਤਾ ਹੈ, ਇਹੀ ਇੱਕ ਤਾਰੀਫ ਹੈ। ਅਕਾਲ ਪੁਰਖ ਨੇ ਮਨੁੱਖ ਨੂੰ ਬ੍ਰੇਨ ਦਿੱਤਾ ਹੈ, ਬੁੱਧੀ ਦਿੱਤੀ ਹੈ, ਜਿਸ ਦੇ ਨਾਲ ਇਹ ਵਿਦਿਆ, ਇਲਮ, ਹੁਨਰ, ਗਿਆਨ ਪ੍ਰਾਪਤ ਕਰਦਾ ਹੈ। ਤੇ ਜੇ ਮਨੁੱਖ ਗਿਆਨ ਤੋਂ ਹੀਣਾ ਹੈ, ਉਹਨੂੰ ਪਸ਼ੂ ਹੀ ਕਹਿਣਾ ਪੈਂਦਾ। ਇਸੇ ਲਈ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਫਰਮਾਇਆ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਇਸ ਮਨੁੱਖ ਦਾ ਸਰੂਪ ਤੇ ਨਾਮ ਇਨਸਾਨ ਹੈ, ਮਨੁੱਖ ਵਾਲਾ ਹੈ, ਪਰ ਇਹਦੀ ਕਰਤੂਤ ਪਸ਼ੂਆਂ ਵਰਗੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਵੀ ਪਿੱਛੇ ਬਚਨ ਆਏ ਸਨ, ਮਾਨਸ ਮੂਰਤ ਮਾਨਸ ਨਾਮ। ਇਸ ਮਨੁੱਖ ਦੀ ਸ਼ਕਲ ਵੀ ਇਨਸਾਨ ਵਰਗੀ ਹੈ, ਇਹਦਾ ਨਾਮ ਵੀ ਮਨੁੱਖ ਹੈ, ਪਰ ਇਹਦੀ ਕਰਨੀ ਕੁੱਤਿਆਂ ਵਰਗੀ ਹੈ, ਪਸ਼ੂਆਂ ਵਰਗੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਇਹ ਜਿਹੜੀ ਬਾਣੀ ਹੈ, ਐਸੇ ਪਸ਼ੂ ਬਿਰਤੀ ਵਾਲੇ ਲੋਕਾਂ ਦਾ ਵੀ ਉਧਾਰ ਕਰਨ ਵਾਲੀ ਹੈ। ਦੂਸਰੇ ਨੰਬਰ ਤੇ ਸਤਿਗੁਰੂ ਨੇ ਪ੍ਰੇਤ ਦੀ ਗੱਲ ਕੀਤੀ ਹੈ। ਪ੍ਰੇਤ ਤੋਂ ਮੁਰਾਦ ਹੈ ਅਵਗਤ ਰੂਹ, ਭਟਕਦੀ ਰੂਹ। ਇਹ ਪ੍ਰੇਤ ਬਾਰੇ ਹਜ਼ੂਰ ਨੇ ਬਾਣੀ ਵਿੱਚ ਇੱਕ ਖਿਆਲ ਦਿੱਤਾ ਹੈ, ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੋਨ ਵਲਵਲ ਅਵਤਰੈ। ਜਿਸ ਮਨੁੱਖ ਦੀ ਸੁਤਾ ਘਰ ਵਿੱਚ ਰਹਿ ਜਾਂਦੀ ਹੈ ਤੇ ਫਿਰ ਉਹ ਪ੍ਰੇਤ ਜੂਨੀ ਦੇ ਵਿੱਚ ਭਟਕਦਾ ਫਿਰਦਾ। ਬਹੁਤ ਸਾਰੇ ਲੋਕ ਇਸ ਗੱਲ ਨੂੰ ਮੰਨਦੇ ਵੀ ਹਨ ਬਈ ਭੂਤ ਪ੍ਰੇਤ ਆਦਿਕ ਹੁੰਦੇ ਨੇ। ਗੁਰਬਾਣੀ ਵਿੱਚ ਵੀ ਤੁਸੀਂ ਇਹ ਪ੍ਰਮਾਣ ਸੁਣ ਚੁੱਕੇ ਹੋ, ਪਰ ਕਈ ਐਸੇ ਵੀ ਲੋਕ ਨੇ ਜਿਹੜੇ ਇਹਨਾਂ ਨੂੰ ਮੰਨਣ ਲਈ ਤਿਆਰ ਨਹੀਂ। ਪਰ ਜਦੋਂ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ ਪਸ਼ੂ ਪ੍ਰੇਤ, ਫੇਰ ਤੇ ਭਾਈ ਸਾਨੂੰ ਮੰਨਣਾ ਹੀ ਚਾਹੀਦਾ। ਇਹ ਗੱਲ ਵੱਖਰੀ ਹੈ। ਇਹ ਜਿਹੜੇ ਭੂਤ ਪ੍ਰੇਤ ਨੇ, ਭਟਕਦੀਆਂ ਰੂਹਾਂ ਨੇ, ਅਵਗਤ ਰੂਹਾਂ ਨੇ, ਜਿਨ੍ਹਾਂ ਨੂੰ ਨਾ ਤੇ ਕੋਈ ਜੂਨ ਹੀ ਪ੍ਰਾਪਤ ਹੁੰਦੀ ਹੈ ਤੇ ਨਾ ਹੀ ਕਿਧਰੇ ਹੋਰ ਜਾਣ ਦਾ ਮੌਕਾ ਮਿਲਦਾ ਹੈ, ਬਸ ਇੱਥੇ ਹੀ ਭਟਕਦੀਆਂ ਰੂਹਾਂ, ਉਹਨਾਂ ਨੂੰ ਪ੍ਰੇਤ ਕਿਹਾ ਜਾਂਦਾ ਹੈ। ਪਰ ਸਤਿਗੁਰੂ ਨੇ ਬਾਣੀ ਵਿੱਚ ਕੁਝ ਜਿੰਦਾ ਪ੍ਰੇਤਾਂ ਦਾ ਵੀ ਜ਼ਿਕਰ ਕੀਤਾ। ਜਿੰਦਾ ਪ੍ਰੇਤ ਕਿਹੜੇ ਨੇ? ਭਗਤ ਕਬੀਰ ਜੀ ਦੇ ਪਵਿੱਤਰ ਬਚਨ ਹਨ, ਜਿਹ ਕਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾਹੀਂ, ਤੇ ਕਰ ਮਰਹਟ ਸਾਰਕੇ, ਪੂਤ ਬਸਹਿ ਤਿਨ ਮਾਹੇ।
ਜਿਨ੍ਹਾਂ ਘਰਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਤੇ ਉਸ ਪ੍ਰਭੂ ਦੇ ਪਿਆਰੇ ਮਹਾਂਪੁਰਖਾਂ ਦੀ ਸੇਵਾ ਟਹਿਲ ਨਹੀਂ ਹੁੰਦੀ, ਉਹ ਘਰ ਸਤਿਗੁਰੂ ਕਹਿੰਦੇ ਨੇ ਭੂਤਾਂ ਦੇ ਘਰ ਨੇ, ਸ਼ਮਸ਼ਾਨ ਘਾਟ ਨੇ, ਕਬਰਸਤਾਨ ਨੇ, ਜਿੱਥੇ ਭੂਤਾਂ ਰਹਿੰਦੀਆਂ ਨੇ। ਭੂਤ ਬਸਾਂ 3 ਮਾਹੇ, ਤੇ ਜਿਹੜੇ ਉਹਨਾਂ ਘਰਾਂ ਦੇ ਵਿੱਚ ਰਹਿਣ ਵਾਲੇ ਨੇ ਉਹ ਸਾਰੇ ਭੂਤ ਹੀ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਵੀ ਇੱਕ ਸ਼ਲੋਕ ਆਉਂਦਾ ਹੈ, ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ। ਇਸ ਕਲਯੁਗ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਭਾਵੇਂ ਉਂਝ ਭੂਤ ਪ੍ਰੇਤ ਨਾ ਵੀ ਦਿਸਣ, ਪਰ ਤੁਸੀਂ ਉਹਨਾਂ ਨੂੰ ਪ੍ਰਤੱਖ ਵੀ ਤਾਂ ਦੇਖ ਸਕਦੇ ਹੋ। ਇਸ ਕਲਯੁਗ ਦੇ ਵਿੱਚ ਜਿਨ੍ਹਾਂ ਦਾ ਅਵਤਾਰ ਹੋ ਰਿਹਾ, ਜਿਨ ਆ ਰਹੇ ਨੇ, ਭੂਤ ਜੰਮ ਰਹੇ ਨੇ, ਪੁੱਤ ਜਨੂਰਾ ਜਿਹੜੇ ਕਲਯੁਗੀ ਪੁਰਸ਼ਾਂ ਦੇ ਪੁੱਤਰ ਨੇ ਉਹ ਜਿਨ ਹੁੰਦੇ ਨੇ, ਛੋਟੇ ਜਿਨ ਹੁੰਦੇ ਨੇ, ਤੇ ਜਿਹੜੀ ਉਹਨਾਂ ਦੀ ਧੀ ਹੁੰਦੀ ਹੈ ਉਹ ਇੱਕ ਛੋਟੀ ਭੂਤਨੀ ਹੁੰਦੀ ਹੈ। ਜੋਰੂ ਜਿਨ੍ਹਾਂ ਦਾ ਸਿਕਦਾਰ, ਤੇ ਜਿਹੜੀ ਜੋਰੂ ਇਸਤਰੀ ਹੈ ਸਾਰੇ ਜਿਨ੍ਹਾਂ ਦਾ ਸਰਦਾਰ ਹੁੰਦੀ ਹੈ, ਉਹਦਾ ਸਾਰਿਆਂ ਤੇ ਹੁਕਮ ਚੱਲਦਾ ਹੈ। ਇਹ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ। ਕਿਸੇ ਇੱਕ ਹੋਰ ਵੀ ਵਿਦਵਾਨ ਦਾ ਕਥਨ ਹੈ, ਉਹ ਕਹਿੰਦਾ ਹੈ ਜਦੋਂ ਆਪਾਂ ਪੁਰਾਣਾ ਇਤਿਹਾਸ ਪੜ੍ਹਦੇ ਹਾਂ ਤਾਂ ਸਾਨੂੰ ਇਹ ਦੇਖਣ ਨੂੰ ਮਿਲਦਾ ਹੈ ਵੀ ਸਤਿਯੁਗ ਦੇ ਵਿੱਚ ਦੇਵਤੇ ਵੀ ਉਤਰਦੇ ਸਨ, ਅਵਤਾਰ ਵੀ ਆਉਂਦੇ ਸਨ। ਦੁਆਪਰ ਦੇ ਵਿੱਚ, ਤ੍ਰੇਤੇ ਦੇ ਵਿੱਚ ਵੀ ਅਜਿਹਾ ਕੁਝ ਲਿਖਿਆ ਮਿਲਦਾ ਹੈ। ਪਰ ਹੁਣ ਕਲਯੁਗ ਦੇ ਵਿੱਚ ਤਾਂ ਸਤਿਗੁਰੂ ਕਹਿੰਦੇ ਜਿਨ੍ਹਾਂ ਦਾ ਅਵਤਾਰ ਹੋ ਰਿਹਾ, ਦੇਵਤੇ ਨਹੀਂ, ਜਿਨ ਆ ਰਹੇ ਨੇ, ਕਿਉਂਕਿ ਕਲਯੁਗ ਦਾ ਸਮਾਂ ਭਿਆਨਕ ਹੈ। ਜਦੋਂ ਸਮਾਂ ਅੱਛਾ ਹੁੰਦਾ ਹੈ ਉਸ ਵੇਲੇ ਚੰਗੀਆਂ ਰੂਹਾਂ ਆਉਂਦੀਆਂ ਨੇ, ਜਦੋਂ ਸਮਾਂ ਮਾੜਾ ਹੋਵੇ ਤੇ ਫਿਰ ਭੂਤਾਂ ਪ੍ਰੇਤਾਂ ਨੇ ਹੀ ਆਉਣਾ ਹੈ। ਪਰ ਇਸ ਕਲਯੁਗ ਨੂੰ ਇੰਨਾ ਮਾੜਾ ਵੀ ਨਹੀਂ ਸਮਝਣਾ ਚਾਹੀਦਾ। ਕਿਉਂ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਕਲਯੁਗ ਦੇ ਵਿੱਚ ਹੀ ਅਵਤਾਰ ਧਾਰਨ ਕੀਤਾ ਹੈ, ਅੰਮ੍ਰਿਤ ਬਾਣੀ ਉਚਾਰਨ ਕੀਤੀ, ਜਿਹੜੀ ਪਸ਼ੂਆਂ ਤੇ ਪ੍ਰੇਤਾਂ ਦਾ ਵੀ ਉਧਾਰ ਕਰਨ ਵਾਲੀ ਹੈ। ਤੀਸਰੇ ਨੰਬਰ ਤੇ ਮੁਗਧ ਮੂਰਖਾਂ ਦੀ ਗੱਲ ਹੈ। ਕੋਈ ਤਾਂ ਉਹ ਮੂਰਖ ਹੁੰਦੇ ਨੇ ਜਿਨ੍ਹਾਂ ਨੂੰ ਸੰਸਾਰ ਦਾ ਗਿਆਨ ਨਹੀਂ ਹੁੰਦਾ, ਕੁਝ ਉਹ ਵੀ ਮੂਰਖ ਹੁੰਦੇ ਨੇ ਜਿਨ੍ਹਾਂ ਨੂੰ ਪਰਮਾਰਥ ਦਾ ਗਿਆਨ ਨਹੀਂ ਹੁੰਦਾ। ਪਰ ਸਤਿਗੁਰੂ ਕਹਿੰਦੇ ਨੇ ਸਤਿਗੁਰੂ ਦੀ ਬਾਣੀ ਸਾਰੇ ਤਰ੍ਹਾਂ ਦੇ ਮੂਰਖਾਂ ਦਾ ਉਧਾਰ ਕਰਨ ਵਾਲੀ ਹੈ। ਚਾਹੇ ਸੰਸਾਰਕ ਗਿਆਨ ਤੋਂ ਹੀਣਾ ਹੈ, ਚਾਹੇ ਉਹ ਪਰਮਾਰਥ ਦੇ ਗਿਆਨ ਤੋਂ ਵੀ ਸਖਣਾ ਹੈ, ਪਰ ਜੇ ਉਹ ਬਾਣੀ ਦੀ ਓਟ ਲੈ ਲਵੇ, ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰ ਦੇਵੇ, ਇਹ ਬਾਣੀ ਉਹਦਾ ਵੀ ਕਲਿਆਣ ਕਰਦੀ ਹੈ। ਕਿਉਂਕਿ ਹਜ਼ੂਰ ਦਾ ਕਥਨ ਹੈ, ਜੋ ਪ੍ਰਾਣੀ ਗੋਬਿੰਦ ਤੇ ਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਸਿਮਰਨ ਦੇ ਨਾਲ ਪੜ੍ਹਿਆਂ ਦੀ ਵੀ ਤੇ ਅਨਪੜ੍ਹਾਂ ਦੀ ਵੀ ਮੁਕਤੀ ਹੋ ਜਾਂਦੀ, ਕਲਿਆਣ ਹੋ ਜਾਂਦੀ ਹੈ। ਚੌਥੇ ਨੰਬਰ ਤੇ ਸਤਿਗੁਰੂ ਨੇ ਪੱਥਰਾਂ ਦੀ ਗੱਲ ਕੀਤੀ ਹੈ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰੋ ਤਾਰੇ। ਉਹ ਪੱਥਰ ਕਿਹੜੇ ਨੇ? ਜਿਨ੍ਹਾਂ ਦਾ ਅੰਦਰੋਂ ਹਿਰਦਾ ਵੀ ਕਠੋਰ ਹੈ ਤੇ ਜਿਨ੍ਹਾਂ ਦੀ ਬਾਣੀ ਵੀ ਕਠੋਰ ਹੈ। ਕਈ ਲੋਕਾਂ ਦਾ ਸੁਭਾਅ ਐਸਾ ਹੁੰਦਾ ਹੈ, ਉਹਨਾਂ ਦੀ ਬੋਲੀ ਵੀ ਕੁਰਖਤ ਹੁੰਦੀ ਹੈ ਤੇ ਅੰਦਰੋਂ ਹਿਰਦਾ ਵੀ ਉਹਨਾਂ ਦਾ ਪੱਥਰ ਵਰਗਾ ਹੁੰਦਾ ਹੈ। ਜਿਹੜੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਦੇ ਤਰਨ ਦੀ ਕੋਈ ਆਸ ਹੀ ਨਹੀਂ ਹੁੰਦੀ, ਪਰ ਜੇ ਐਸੇ ਲੋਕ ਵੀ ਸਤਿਗੁਰੂ ਦੀ ਬਾਣੀ ਤੇ ਭਰੋਸਾ ਕਰ ਲੈਣ, ਇਹ ਬਾਣੀ ਸਾਰਿਆਂ ਦਾ ਹੀ ਉਧਾਰ ਕਰ ਸਕਦੀ ਹੈ। ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਲਯੁਗ ਦੇ ਬੋਹਿਤ ਹਨ। ਬੋਹਿਤ ਕਹਿੰਦੇ ਨੇ ਜਹਾਜ਼ ਨੂੰ। ਜਹਾਜ਼ ਤੇ ਚਾਹੇ ਪਸ਼ੂ ਚੜਾ ਦਿਓ ਤੇ ਚਾਹੇ ਪ੍ਰੇਤ ਨੂੰ ਬਿਠਾ ਦਿਓ, ਚਾਹੇ ਮੂਰਖ ਨੂੰ ਬਿਠਾ ਦਿਓ, ਚਾਹੇ ਪੰਡਤ ਨੂੰ ਬਿਠਾ ਦਿਓ, ਚਾਹੇ ਪੱਥਰ ਨੂੰ
ਰੱਖ ਦਿਓ, ਜਹਾਜ਼ ਸਭ ਨੂੰ ਪਾਰ ਲਾ ਦਿੰਦਾ ਹੈ। ਇਹ ਸਤਿਗੁਰੂ ਨੇ ਮਹਾਨ ਪਰਉਪਕਾਰ ਕੀਤਾ ਹੈ। ਅੰਮ੍ਰਿਤ ਬਾਣੀ ਦੀ ਦਾਤ ਸਾਡੀ ਝੋਲੀ ਵਿੱਚ ਪਾਈ ਹੈ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜੋ ਰੋਜ਼ਾਨਾ ਗੁਰਬਾਣੀ ਨਾਲ ਜੁੜਦੇ ਨੇ। ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਦੇ ਹਨ। ਜਾਪ ਸਾਹਿਬ, ਸਵਈਏ, ਚੌਪਈ, ਨੰਦ ਸਾਹਿਬ, 5 ਬਾਣੀਆਂ ਦਾ ਨਿਤਨੇਮ ਕਰਦੇ ਹਨ। ਸੰਧਿਆ ਸਮੇਂ ਰਹਿ ਰਾਸ ਸੌਣ ਲੱਗਿਆਂ ਕੀਰਤਨ ਸੋਹਿਲਾ ਪੜ੍ਹਦੇ ਨੇ ਔਰ ਉਹਨਾਂ ਤੇ ਗੁਰੂ ਦੀ ਰਹਿਮਤ ਹੁੰਦੀ ਹੈ। ਮਹਾਂਪੁਰਖ ਇੱਕ ਬਚਨ ਕਰਦੇ ਸਨ, ਜਿਹੜਾ ਮਨੁੱਖ ਇੱਕ ਦਿਨ ਪੂਰਾ ਨਿਤਨੇਮ ਕਰ ਲੈਂਦਾ ਹੈ ਉਹਦੇ 100 ਜਨਮਾਂ ਦੇ ਪਾਪ ਕੱਟੇ ਜਾਂਦੇ ਨੇ ਇੱਕ ਦਿਨ ਦੇ ਨਿਤਨੇਮ ਕਰਨ ਦੇ ਨਾਲ। ਕਿਉਂਕਿ ਬਾਣੀ ਵਿੱਚ ਸ਼ਕਤੀ ਹੈ। ਗੁਰੂ ਕਾ ਸ਼ਬਦ ਕਾਟੈ ਕੋਟ ਕਰਮ। ਇਹ ਗੁਰੂ ਕਾ ਸ਼ਬਦ, ਗੁਰੂ ਦੀ ਬਾਣੀ, ਗੁਰੂ ਦਾ ਬਚਨ, ਗੁਰੂ ਦਾ ਉਪਦੇਸ਼, ਇਹ ਕਰੋੜਾਂ ਕਰਮਾਂ ਦੇ ਜਾਲ ਨੂੰ ਕੱਟਣ ਦੀ ਸਮਰੱਥਾ ਰੱਖਦਾ ਹੈ। ਜਿਵੇਂ ਇੱਕੋ ਅੱਗ ਦੀ ਚੰਗਿਆੜੀ ਮਣਾ ਮੂੰਹ ਲੱਕੜਾਂ ਦੇ ਢੇਰ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ, ਇਸੇ ਤਰ੍ਹਾਂ ਸਤਿਗੁਰੂ ਦੀ ਬਾਣੀ, ਗੁਰੂ ਕਾ ਸ਼ਬਦ ਕਰੋੜਾਂ ਪਾਪਾਂ ਨੂੰ ਨਾਸ਼ ਕਰ ਦਿੰਦਾ ਹੈ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਬਾਣੀ ਨਾਲ ਜੁੜਨਾ ਚਾਹੀਦਾ ਹੈ। ਜੇ ਤੁਸੀਂ ਆਪ ਨਹੀਂ ਬਾਣੀ ਪੜ੍ਹ ਸਕਦੇ ਤਾਂ ਬਾਣੀ ਨੂੰ ਸੁਣਿਆ ਵੀ ਜਾ ਸਕਦਾ। ਸੁਣਨ ਦਾ ਵੀ ਬਹੁਤ ਵੱਡਾ ਮਹਾਤਮ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਪਹਿਲੀ ਗੱਲ ਪੜ੍ਹੋ, ਜੇ ਨਹੀਂ ਪੜ੍ਹ ਸਕਦੇ ਸੁਣਿਆ ਕਰੋ। ਸੁਣ ਕੇ ਵੀ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਇਸ ਬਾਣੀ ਨਾਲ ਜੁੜੇ ਹੋਏ ਨੇ, ਤੇ ਹਰ ਗੁਰਸਿੱਖ ਨੂੰ ਜੁੜਨਾ ਵੀ ਚਾਹੀਦਾ ਹੈ, ਕਿਉਂਕਿ ਬਾਣੀ ਸਾਡਾ ਗੁਰੂ ਹੈ। ਜੇ ਗੁਰੂ ਨਾਲ ਜੁੜਨਾ ਹੈ ਤੇ ਬਾਣੀ ਨਾਲ ਸਾਂਝ ਪਾ ਲਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਸਿੱਖਾਂ ਦੇ ਪ੍ਰਥਮ ਗੁਰੂ, ਜਾਹਰ ਪੀਰ ਜਗਤ ਗੁਰੂ ਬਾਬਾ ਆਸਾ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸੁਣਿਆ ਹੈ, ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਮਨੁੱਖ ਨੂੰ ਉਪਦੇਸ਼ ਦਿੰਦੇ ਹਨ। ਹਰ ਕੇ ਨਾਮ ਬਿਨਾ ਜਗ ਧੰਦਾ, ਜੇ ਬਹੁਤਾ ਸਮਝਾਈਐ ਭੋਲਾ, ਪੀ ਸੋ ਅੰਧੋ ਅੰਧਾ ਰਹਾਓ। ਹਾਜ਼ੂਰ ਕਹਿੰਦੇ ਨੇ, ਐ ਦੁਨੀਆ ਦੇ ਲੋਗੋ ਧਿਆਨ ਦੇ ਨਾਲ ਸੁਣੋ। ਜੇ ਤੁਸੀਂ ਆਪਣੇ ਜੀਵਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਹੋ, ਫਿਰ ਤੁਹਾਡਾ ਜੀਵਨ ਸਫਲ ਹੋ ਸਕਦਾ ਹੈ, ਨਹੀਂ ਤੇ ਤੁਹਾਡਾ ਜੀਵਨ ਕਿਸੇ ਅਰਥ ਨਹੀਂ ਹੈ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਭਾਈ ਸੰਤੋਖ ਸਿੰਘ ਜੀ ਜੋ ਚੂੜਾਮਨ ਕਵੀ ਹੋਏ ਨੇ, ਉਹਨਾਂ ਨੇ ਬੜਾ ਸੁੰਦਰ ਲਿਖਿਆ ਹੈ, ਨਾਮ ਬਿਨਾ ਆਸਵਾਸ ਸਹਿਤ ਹੈ, ਜੈਸੇ ਪਸਰਾ ਫੂਕ ਬਹਿਤ ਹੈ। ਜੇ ਅਸੀਂ ਨਾਮ ਤੋਂ ਬਿਨਾ ਸੁਆਸ ਲੈ ਰਹੇ ਹਾਂ, ਉਹ ਇੱਕ ਲੋਹਾਰ ਦੀ ਖੱਲ ਵਾਂਗ ਨੇ, ਉਹਦੇ ਵਿੱਚ ਹਵਾ ਭਰਦੀ ਤੇ ਨਿਕਲ ਜਾਂਦੀ, ਉਹਦਾ ਕੋਈ ਫਾਇਦਾ ਤੇ ਹੁੰਦਾ ਨਹੀਂ। ਅਸੀਂ ਸਾਸ ਲੈ ਰਹੇ ਹਾਂ, ਪਰ ਜੇ ਇਹਨਾਂ ਸੁਆਸਾਂ ਨਾਲ ਨਾਮ ਨਹੀਂ ਜਪਦੇ, ਇਹ ਕਿਸੇ ਅਰਥ ਨਹੀਂ। ਇਸੇ ਲਈ ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਅਸਲੀ ਗੁਰਸਿੱਖ ਦੀ ਅਵਸਥਾ ਇਹ ਲਿਖੀ ਹੈ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਪਰ ਐਸੇ ਵਿਰਲੇ ਹੀ ਹੁੰਦੇ ਨੇ, ਹੈਨ ਵਿਰਲੇ ਨਾਹੀ ਕਣੇ। ਫੈਲ ਫਕੜ ਸੰਸਾਰ, ਦੁਨੀਆ ਵਿੱਚ ਡੱਡੂ ਖਾਣੇ, ਚੂਹੇ ਖਾਣੇ ਸੱਪ ਬੜੇ ਨੇ, ਪਰ ਉਹਨਾਂ ਸੱਪਾਂ ਦੀ ਸ਼੍ਰੇਣੀ ਵਿੱਚ ਇੱਕੋ ਹੀ ਸ਼ੇਸ਼ ਨਾਗ ਹੈ, ਜਿਹਨੇ ਧਰਤੀ ਦਾ ਪਾਰ ਸਿਰ ਉੱਤੇ ਚੁੱਕਿਆ ਹੋਇਆ। ਇਹ ਕਿਸੇ ਕਵੀ ਨੇ ਉਦਾਹਰਣ ਦਿੱਤੀ ਹੈ, ਦਾਦਰ ਕਰ ਕੁੱਖ ਭਰਨ ਮੈਂ, ਤਤ ਪਰ ਨਾਗ ਅਨੇਕ, ਸਮਰੱਥ ਧਰਤੀ ਧਰਨ ਕੋ ਸ਼ੇਸ਼ ਨਾਗ ਹੀ ਏਕ। ਇਹਦਾ ਮਤਲਬ ਇਹ ਹੈ
ਬਈ ਸੱਪ ਡੱਡੂ ਖਾਣੇ ਬੇਅੰਤ ਮਿਲ ਜਾਂਦੇ ਨੇ। ਇਸੇ ਤਰ੍ਹਾਂ ਪਦਾਰਥ ਖਾਣ ਵਾਲੇ ਬਥੇਰੇ ਪਖੰਡੀ ਲੋਕ ਮਿਲ ਜਾਂਦੇ ਨੇ, ਪਰ ਪੂਰਨ ਸੰਤ ਜਿਨ੍ਹਾਂ ਦੀ ਅਵਸਥਾ ਇਹ ਲਿਖੀ ਹੈ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਉਹ ਤੇ ਕੋਈ ਇੱਕ ਅੱਧਾ ਹੀ ਮਿਲੇਗਾ। ਕੋਟਨ ਮੈਂ ਨਾਨਕੋ ਨਾਰਾਇਣ ਜਿਹ ਚੀਤ, ਉਹ ਤੇ ਕਰੋੜਾਂ ਵਿੱਚੋਂ ਹੀ ਇੱਕ ਅੱਧਾ ਮਿਲਦਾ। ਹਜ਼ੂਰ ਕਹਿੰਦੇ ਨੇ, ਹਰ ਕੇ ਨਾਮ ਬਿਨਾ ਜਗ ਧੰਦਾ। ਗੁਰਮੁਖੋ, ਵਾਹਿਗੁਰੂ ਦੇ ਨਾਮ ਤੋਂ ਬਿਨਾ ਇਹ ਸੰਸਾਰ ਧੰਦਾ ਦਾ ਅਰਥ ਇਹ ਇੱਕ ਖਲਜਗਣ ਹੀ ਹੈ, ਇੱਕ ਜੰਜਾਲ ਹੀ ਹੈ। ਜਾਂ ਧੰਦਾ ਦਾ ਅਰਥ ਇਹ ਇੱਕ ਐਸਾ ਵਿਊ ਚੱਕਰ ਹੈ ਜਿਹਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੈ। ਫਾਸਨ ਕੀ ਬਿਦ ਸਭ ਕੋਈ ਜਾਣੈ, ਛੂਟਨ ਕੀ ਇੱਕ ਕੋਈ। ਸੰਸਾਰ ਦੇ ਧੰਦਿਆਂ ਵਿੱਚ ਫਸੇ ਸਾਰੇ ਹੀ ਫਿਰਦੇ ਨੇ, ਪਰ ਛੁੱਟਣ ਦੀ ਤਰਕੀਬ ਕਿਸੇ ਵਿਰਲੇ ਨੂੰ ਆਉਂਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਹਰ ਕੇ ਨਾਮ ਬਿਨਾ ਜਗ ਧੰਦਾ। ਗੁਰਮੁਖੋ, ਵਾਹਿਗੁਰੂ ਦੇ ਨਾਮ ਤੋਂ ਬਿਨਾ ਇਹ ਸੰਸਾਰ ਤੇ ਇੱਕ ਐਸਾ ਚੱਕਰ ਵਿਊ ਹੈ ਜਿਹਦੇ ਵਿੱਚ ਸਾਰੇ ਫਸੇ ਹੋਏ ਨੇ। ਜੇ ਬਹੁਤਾ ਸਮਝਾਈਐ ਭੋਲਾ, ਪੀਸੋ ਅੰਧੋ ਅੰਧਾ। ਹਜ਼ੂਰ ਕਹਿੰਦੇ ਨੇ, ਇਹ ਮਨੁੱਖ ਬੜਾ ਭੋਲਾ ਹੈ। ਜੇ ਇਸ ਨੂੰ ਬਹੁਤਾ ਵੀ ਸਮਝਾਈਏ, ਆ ਵੇਖ ਲਓ ਮਨੁੱਖ ਨੂੰ ਸਮਝਾਉਣ ਦੇ ਵਾਸਤੇ ਕਿੰਨੇ ਕਿੰਨੇ ਮਹਾਂਪੁਰਖ ਆਏ ਨੇ। ਅੱਜ ਜਿੰਨੇ ਵੀ ਧਰਮ ਗ੍ਰੰਥ ਨੇ, 4 ਵੇਦ ਨੇ, 18 ਪੁਰਾਣ ਨੇ, 27 ਸਿਮਰਤੀਆਂ ਨੇ, ਖਟ ਸ਼ਾਸਤਰ ਨੇ, ਅਤੇ ਇਸੇ ਤਰ੍ਹਾਂ ਬਾਕੀ ਹੋਰ ਧਰਮਾਂ ਦੇ ਗ੍ਰੰਥ ਨੇ। ਮੁਸਲਮਾਨਾਂ ਦੀ ਕੁਰਾਨ ਸ਼ਰੀਫ ਹੈ, ਈਸਾਈਆਂ ਦੀ ਬਾਈਬਲ ਹੈ, ਹੋਰ ਧਰਮਾਂ ਦੇ ਆਪਣੇ ਧਰਮ ਗ੍ਰੰਥ ਨੇ, ਤੇ ਸਾਡੇ ਸਿੱਖਾਂ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ। ਇਹ ਮਨੁੱਖ ਨੂੰ ਸਮਝਾਉਣ ਵਾਸਤੇ ਹੀ ਨੇ ਨਾ ਸਾਰੇ। ਪਰ ਵੇਖ ਲਓ ਕਿੰਨੇ ਮਹਾਂਪੁਰਖ, ਕਿੰਨੇ ਗੁਰੂ ਪੀਰ ਸਾਨੂੰ ਸਮਝਾ ਰਹੇ ਨੇ, ਪਰ ਮਨੁੱਖ ਐਸਾ ਭੋਲਾ ਹੈ ਇਹ ਫਿਰ ਵੀ ਨਹੀਂ ਸਮਝਦਾ। ਜੇ ਬਹੁਤਾ ਸਮਝਾਈਏ ਭੋਲਾ, ਜੇ ਉਹਨੂੰ ਬਹੁਤਾ ਵੀ ਸਮਝਾਈਏ ਤੇ ਫਿਰ ਵੀ ਨਹੀਂ ਸਮਝਦਾ, ਕਿਉਂਕਿ ਭੋਲਾ ਹੈ। ਭੋਲਾ ਕਹਿੰਦੇ ਨੇ ਭੁਲੱਕੜ ਨੂੰ, ਜਿਹਨੂੰ ਆਪਾਂ ਕੋਈ ਗੱਲ ਆਖੀਏ ਤੇ ਭੁੱਲ ਜਾਵੇ, ਕਹਿੰਦੇ ਤੇ ਭੋਲਾ ਹੀ ਹੈ, ਇਹਨੂੰ ਨਹੀਂ ਇਸ ਕਿਸੇ ਗੱਲ ਦਾ ਪਤਾ। ਲਓ ਹਜ਼ੂਰ ਕਹਿੰਦੇ ਨੇ, ਜੇ ਇਸ ਮਨੁੱਖ ਨੂੰ ਬਹੁਤਾ ਵੀ ਸਮਝਾਈਏ ਪਰ ਇਹ ਫਿਰ ਵੀ ਸਮਝਦਾ ਨਹੀਂ, ਕਿਉਂਕਿ ਭੋਲਾ ਹੈ, ਭੁਲੱਕੜ ਹੈ, ਭੁੱਲਣਹਾਰ ਹੈ। ਪੀਸੋ ਅੰਧੋ ਅੰਧਾ। ਜੇ ਹੁਣ ਭੋਲੇ ਆਦਮੀ ਨੂੰ, ਭੁਲੱਕੜ ਆਦਮੀ ਨੂੰ ਕਿੰਨਾ ਵੀ ਸਮਝਾਈਏ ਤਾਂ ਵੀ ਉਹ ਅੰਨੇ ਦਾ ਅੰਨਾ ਹੀ ਰਹਿੰਦਾ। ਮਹਾਂਪੁਰਖ ਦੱਸਦੇ ਸਨ ਬਈ 3 ਕਿਸਮ ਦੀ ਮਨੁੱਖ ਦੀ ਬੁੱਧੀ ਹੁੰਦੀ ਹੈ। ਇੱਕ ਹੁੰਦੀ ਹੈ ਨਮਦਾ ਬੁੱਧੀ, ਦੂਸਰੀ ਹੁੰਦੀ ਹੈ ਚਮੜਾ ਬੁੱਧੀ, ਤੀਸਰੀ ਹੁੰਦੀ ਹੈ ਤੇਲੀਆ ਬੁੱਧੀ। ਜਿਹੜੀ ਨਮਦਾ ਬੁੱਧੀ ਹੁੰਦੀ ਹੈ ਉਹਦੇ ਬਾਰੇ ਮਹਾਂਪੁਰਖ ਸਮਝਾਉਂਦੇ ਸਨ। ਆ ਜਿਵੇਂ ਕੋਈ ਰਬੜ ਹੁੰਦੀ ਹੈ ਤੇ ਉਸ ਰਬੜ ਦੇ ਵਿੱਚ ਤੁਸੀਂ ਕੋਈ ਸੁਰਾਖ ਕਰੋ ਤੇ ਜਦੋਂ ਤੁਸੀਂ ਕੋਈ ਕਿੱਲ ਨੂੰ ਬਾਹਰ ਕੱਢ ਲਵੋਗੇ ਤੇ ਉਹ ਜਿਹੜੀ ਰਬੜ ਹੈ ਤੇ ਫਿਰ ਉਹ ਸੁੰਗੜ ਜਾਂਦੀ ਹੈ, ਉਹ ਸ਼ੇਕ ਦਿਖਾਈ ਨਹੀਂ ਦਿੰਦਾ। ਜਿਹੜੀ ਨਮਦਾ ਬੁੱਧੀ ਹੁੰਦੀ ਹੈ ਬਈ ਉਹ ਰਬੜ ਵਾਂਗੂ ਹੁੰਦੀ ਹੈ। ਬਈ ਆਪਾਂ ਕਿਸੇ ਨੂੰ ਕੋਈ ਗੱਲ ਸਮਝਾਈ ਜਾਈਏ, ਜੇ ਬਹੁਤਾ ਵੀ ਜ਼ੋਰ ਲਾਈ ਜਾਈਏ ਕਿ ਉਹ ਫੇਰ ਭੁੱਲ ਜਾਂਦਾ। ਦਾਸ ਦੇ ਪਾਸ ਵੀ ਇੱਕ ਇਹੋ ਜਿਹਾ ਭੁਚੰਗੀ ਆਇਆ ਸੀ ਤੇ ਉਸ ਨੂੰ ਪਿਆਰ ਦੇ ਨਾਲ ਵੀ ਤੇ ਝਿੜਕ ਕੇ ਵੀ ਬਹੁਤ ਜ਼ੋਰ ਲਾਇਆ ਸਿੰਘਾਂ ਨੇ ਬਈ ਤੂੰ ਅੱਖਰ ਪੜ੍ਹ ਲੈ, ਪਰ ਉਹਨੂੰ 10 ਵਾਰੀ ਵੀ ਪੜ੍ਹਾ ਦਿਓ ਫਿਰ ਮੁੜ ਕੇ ਉਹ ਭੁੱਲ ਜਾਂਦਾ ਸੀ। ਇੱਕੋ ਗੱਲ ਨੂੰ 10 ਵਾਰੀ ਰਟਾ ਦਿਓ ਫਿਰ ਉਹ ਕਹਿੰਦਾ ਮੈਂ ਕੀ ਕਰਾਂ, ਮੈਨੂੰ ਭੁੱਲ ਜਾਂਦਾ। ਇਹ ਬੁੱਧੀ ਕਈਆਂ ਦੀ ਇਹੋ ਜਿਹੀ ਹੁੰਦੀ। ਇਹ ਨਮਦਾ ਬੁੱਧੀ ਹੁੰਦੀ ਹੈ ਵੀ ਜਿੰਨੀ ਵਾਰੀ ਮਰਜ਼ੀ ਸਮਝਾਈ ਜਾਓ ਫਿਰ ਵੀ ਭੁੱਲ ਜਾਣਾ। ਤੇ ਦੂਸਰੀ ਹੁੰਦੀ ਹੈ ਚਮੜਾ ਬੁੱਧੀ। ਚਮੜਾ ਬੁੱਧੀ ਉਸ ਨੂੰ ਕਹਿੰਦੇ ਨੇ ਤੁਸੀਂ ਚਮੜੇ ਦੇ ਵਿੱਚ ਜਿੰਨਾ ਤੁਸੀਂ ਛੇਕ ਕਰੋ ਓਨਾ ਉਹਦੇ ਵਿੱਚ ਦਿਖਾਈ ਦਿੰਦਾ।
ਕਈ ਲੋਕਾਂ ਦੀ ਐਸੀ ਬੁੱਧੀ ਹੁੰਦੀ ਹੈ, ਜਿੰਨਾ ਤੁਸੀਂ ਉਹਨਾਂ ਨੂੰ ਸਮਝਾਓ ਉਹਨਾਂ ਕੋ ਸਮਝ ਲੈਂਦੇ ਨੇ, ਉਹਨਾਂ ਕੀ ਸਮਝਦੇ ਨੇ, ਵੱਧ ਨਹੀਂ। ਤੇ ਤੀਜੀ ਹੁੰਦੀ ਹੈ ਤੇਲੀਆ ਬੁੱਧੀ। ਤੇਲੀਆ ਬੁੱਧੀ ਕਹਿੰਦੇ ਨੇ, ਤੁਸੀਂ ਇੱਕ ਤੇਲ ਦੀ ਬੂੰਦ ਪਾਣੀ ਤੇ ਸੁੱਟ ਦਿਓ ਤੇ ਉਹ ਸਾਰੇ ਪਾਣੀ ਦੇ ਉੱਪਰ ਉਹ ਤੇਲ ਦਾ ਅਸਰ ਹੋ ਜਾਂਦਾ ਹੈ। ਕਈ ਲੋਕਾਂ ਦੀ ਬੁੱਧੀ ਇੰਨੀ ਤੀਖਣ ਹੁੰਦੀ ਹੈ ਵੀ ਤੁਸੀਂ ਇੱਕ ਨੁਕਤਾ ਉਹਨਾਂ ਨੂੰ ਦੇ ਦਿਓ ਤੇ ਫਿਰ ਉਹ ਆਪਣੇ ਆਪ ਹੀ ਸਾਰੀ ਗੱਲ ਸਮਝ ਲੈਂਦੇ ਨੇ, ਉਹਦੀ ਭੂਮਿਕਾ ਵੀ ਬਣਾ ਲੈਣਗੇ ਤੇ ਸਾਰਾ ਕੁਝ ਹੀ ਉਹ ਆਪ ਹੀ ਅੱਗੇ ਤੋਂ ਅੱਗੇ ਆਪਣੇ ਗਿਆਨ ਦੇ ਬਲ ਦੇ ਨਾਲ ਸਮਝ ਵੀ ਲੈਣਗੇ, ਸਮਝਾਉਣਗੇ ਵੀ। ਉਹਨਾਂ ਦੀ ਤੇਲੀਆ ਬੁੱਧੀ ਹੁੰਦੀ ਹੈ। ਪਰ ਇੱਥੇ ਜਿਹੜੇ ਨਮਦਾ ਬੁੱਧੀ ਵਾਲੇ ਲੋਕ ਨੇ, ਉਹਨਾਂ ਦੀ ਗੱਲ ਸਤਿਗੁਰੂ ਆਖਦੇ ਹਨ, ਜੇ ਬਹੁਤਾ ਸਮਝਾਈਏ ਭੋਲਾ। ਹਜ਼ੂਰ ਕਹਿੰਦੇ ਨੇ, ਜੇ ਇਸ ਮਨੁੱਖ ਨੂੰ ਬਹੁਤਾ ਵੀ ਸਮਝਾਈਏ ਤੇ ਫਿਰ ਵੀ ਨਹੀਂ ਸਮਝਦਾ, ਕਿਉਂਕਿ ਭੋਲਾ ਹੈ, ਭੁਲੱਕੜ ਹੈ। ਪੀਸੋ ਅੰਧੋ ਅੰਧਾ। ਆ ਵੇਖ ਲੋ, ਜਿੰਨਾ ਮਰਜੀ ਕੋਈ ਇਹਨੂੰ ਸਮਝਾਈ ਜਾਓ, ਫਿਰ ਇਹ ਅੰਨੇ ਦਾ ਅੰਨਾ ਹੀ ਰਹਿੰਦਾ। ਇਹਦਾ ਮਤਲਬ ਇਹ ਹੈ, ਭਾਵੇਂ ਇਹ ਮਨੁੱਖ ਆਪਣੇ ਆਪ ਨੂੰ ਦ੍ਰਿਸ਼ਟੀ ਵਾਲਾ, ਅੱਖਾਂ ਵਾਲਾ ਸਮਝਦਾ ਹੈ, ਪਰ ਹਜ਼ੂਰ ਨੇ ਬਾਣੀ ਵਿੱਚ ਅੰਨੇ ਦਾ ਇਹ ਇੱਕ ਲਕਸ਼ਣ ਦੱਸਿਆ ਹੈ। ਅੰਧੇ ਇਹ ਨਾ ਆਖੀਆਂ ਜਨ ਮੁਖ ਲੋਇਣ ਨਾਹੇ, ਅੰਧੇ ਸਈ ਨਾਨਕਾ ਜੇ ਖਸਮਾਂ ਕੁੱਥੇ ਜਾਹੇ। ਅੰਨੇ ਉਹ ਨਹੀਂ ਜਿਨ੍ਹਾਂ ਦੇ ਪਾਸ ਬਾਹਰਲੀ ਦ੍ਰਿਸ਼ਟੀ ਨਹੀਂ ਹੈ, ਬਾਹਰਲੀਆਂ ਅੱਖਾਂ ਨਹੀਂ ਹਨ। ਅੰਨੇ ਉਹ ਨੇ ਜਿਨ੍ਹਾਂ ਨੂੰ ਰੱਬ ਦਾ ਗਿਆਨ ਨਹੀਂ। ਅੰਨੇ ਉਹ ਨੇ ਜਿਨ੍ਹਾਂ ਨੂੰ ਦਰਗਾਹ ਦੇ ਬਾਰੇ ਕੁਛ ਵੀ ਪਤਾ ਨਹੀਂ। ਜਿਹਨੂੰ ਰੱਬ ਤੇ ਨਾ ਭਰੋਸਾ ਹੋਵੇ ਤੇ ਰੱਬ ਦੀ ਦਰਗਾਹ ਨਾ ਮੰਨਦਾ ਹੋਵੇ, ਉਹਨੂੰ ਨਾਸਤਕ ਕਹਿੰਦੇ ਨੇ। ਇੱਕ ਰੱਬ ਨੂੰ ਨਾ ਮੰਨੇ ਤੇ ਇੱਕ ਅਗਲੀ ਦਰਗਾਹ ਨੂੰ ਨਾ ਮੰਨੇ, ਇਹੋ ਜਿਹੇ ਲੋਕਾਂ ਦੀ ਅੱਜ ਕੱਲ੍ਹ ਬਹੁਤ ਪਰਮਾਰ ਹੈ। ਲਓ, ਹਜ਼ੂਰ ਕਹਿੰਦੇ ਨੇ, ਜੇ ਇਹੋ ਜਿਹੇ ਮਨੁੱਖ ਨੂੰ ਬਹੁਤਾ ਵੀ ਸਮਝਾਈਏ ਤੇ ਫਿਰ ਵੀ ਉਹ ਸਮਝ ਨਹੀਂ ਸਕਦਾ, ਉਹ ਭੋਲਾ ਭੁਲੱਕੜ ਅੰਨੇ ਦਾ ਅੰਨਾ ਹੀ ਰਹਿੰਦਾ। ਲਓ, ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਾਨੂੰ ਤਿੰਨ ਗੱਲਾਂ ਦੇ ਉੱਤੇ ਚਾਨਣਾ ਪਾ ਰਹੇ ਹਨ। ਸਭ ਤੋਂ ਪਹਿਲੀ ਗੱਲ, ਜਿਹੜੇ ਦੁਨੀਆ ਦੇ ਵਿੱਚ ਰਾਜੇ ਮਹਾਰਾਜੇ ਲੋਕ ਹੁੰਦੇ ਨੇ ਔਰ ਉਹਨਾਂ ਨੂੰ ਲੋਕ ਬਹੁਤ ਉੱਚਾ ਤੇ ਵੱਡਾ ਗਿਣਦੇ ਨੇ। ਦੂਸਰੇ ਨੰਬਰ ਤੇ, ਜਿੰਨੇ ਦੁਨੀਆ ਦੇ ਵਿੱਚ ਵੱਡੇ ਵੱਡੇ ਮਾਇਆਧਾਰੀ ਲੋਕ ਹੁੰਦੇ ਨੇ, ਰਈਸ ਹੁੰਦੇ ਨੇ, ਵੱਡੇ ਵੱਡੇ ਬਿਜ਼ਨਸਮੈਨ ਹੁੰਦੇ ਨੇ, ਤੇ ਉਹਨਾਂ ਨੂੰ ਵੀ ਲੋਕ ਬੜਾ ਦੁਨੀਆ ਦੇ ਵਿੱਚ ਸਲਾਹੁੰਦੇ ਨੇ। ਤੀਸਰੇ ਨੰਬਰ ਤੇ, ਜਿਹੜੇ ਵੱਡੇ ਵੱਡੇ ਵਿਦਵਾਨ ਨੇ, ਪੰਡਤ ਨੇ, ਪ੍ਰੋਫੈਸਰ ਨੇ, ਪ੍ਰਿੰਸੀਪਲ ਨੇ, ਡਾਕਟਰ ਨੇ, ਉਹਨਾਂ ਨੂੰ ਵੀ ਲੋਕ ਬੜਾ ਸਲਾਹੁੰਦੇ ਨੇ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹ ਜਿਹੜੀਆਂ ਤਿੰਨੇ ਗੱਲਾਂ ਨੇ, ਠੀਕ ਹੈ, ਭਾਵੇਂ ਦੁਨਿਆਵੀ ਦ੍ਰਿਸ਼ਟੀਕੋਣ ਤੋਂ ਇਹਨਾਂ ਨੂੰ ਜਿੰਨੀ ਕੋਈ ਮਰਜ਼ੀ ਮਹੱਤਤਾ ਦੇਈ ਜਾਵੇ, ਪਰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਇਹਨਾਂ ਦੀ ਕੌਡੀ ਵੀ ਕੀਮਤ ਨਹੀਂ ਪੈਂਦੀ। ਲਓ, ਹੁਣ ਇਹਦੇ ਬਾਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਆਸਾ ਕਰ ਤੀਜਾ ਮਹੱਲਾ ਪਹਿਲਾ। ਆਸਾ ਰਾਗ ਦੇ ਵਿੱਚ ਤੀਜੇ ਕਰ ਸੁਰਤਾਲ ਦੇ ਵਿੱਚ ਇਹ ਸ਼ਬਦ ਗਾਵਿਆ ਹੈ। ਮਹੱਲਾ ਪਹਿਲਾ। ਇਹ ਸ਼ਬਦ ਪਹਿਲੇ ਪਾਤਸ਼ਾਹ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਹੈ। ਲੋ ਸੰਗਤਾਂ, ਇਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਲਖ ਲਸਕਰ ਲਖ ਵਾਜੇ ਨੇਜੇ, ਲਖ ਉਠ ਕਰੈ ਸਲਾਮ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਹਿਲਾਂ ਜਿਹੜੇ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਰਾਜੇ ਮਹਾਰਾਜੇ ਪਾਤਸ਼ਾਹ ਖਵਾਉਂਦੇ ਨੇ, ਉਹਨਾਂ ਦੀ ਗੱਲ ਕਰਦੇ ਆ। ਲੱਖ ਲਸ਼ਕਰ, ਜਿਨ੍ਹਾਂ ਦੇ ਪਾਸ ਲੱਖਾਂ ਫੌਜਾਂ ਨੇ, ਤੇ ਲੱਖ ਵਾਜੇ ਨੇਜੇ,
ਤੇ ਲੱਖਾਂ ਹੀ ਜਿਨ੍ਹਾਂ ਦੇ ਅੱਗੇ ਵਾਜੇ ਵੱਜਦੇ ਨੇ। ਪੁਰਾਣੇ ਸਮੇਂ ਦੇ ਵਿੱਚ ਜਦੋਂ ਕੋਈ ਪਾਤਸ਼ਾਹ ਕਿਧਰੇ ਜਾਂਦਾ ਸੀ ਤੇ ਮੂਹਰੇ ਬੈਂਡ ਵਾਜੇ ਵੱਜਦੇ ਸਨ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਕੋਈ ਪਾਤਸ਼ਾਹ ਆ ਰਿਹਾ ਹੈ। ਲਓ ਹਜ਼ੂਰ ਕਹਿੰਦੇ ਨੇ ਲੱਖਾਂ ਹੀ ਭਾਵੇਂ ਲਸ਼ਕਰ ਫੌਜਾਂ ਹੋਣ ਤੇ ਲੱਖਾਂ ਹੀ ਵਾਜੇ ਹੋਣ ਤੇ ਲੱਖਾਂ ਹੀ ਨੇਜੇ ਹੋਣ। ਨੇਜੇ ਦਾ ਅਰਥ ਹੁੰਦਾ ਹੈ ਵੀ ਨੇਜਿਆਂ ਵਾਲੇ ਸਿਪਾਹੀ, ਜਿਹੜੇ ਪੁਰਾਣੇ ਸਮੇਂ ਦੇ ਵਿੱਚ ਕੋਈ ਸੰਤਰੀ ਹੁੰਦੇ ਸਨ, ਬਾਡੀਗਾਰਡ ਹੁੰਦੇ ਸਨ, ਸੈਨਾ ਦੇ ਸਿਪਾਹੀ ਹੁੰਦੇ ਸਨ, ਉਹਨਾਂ ਦੇ ਕੋਲ ਨੇਜੇ ਪਕੜਾਏ ਜਾਂਦੇ ਸਨ। ਲਓ ਹਜ਼ੂਰ ਕਹਿੰਦੇ ਨੇ ਇੱਕ ਨਹੀਂ ਦੋ ਨਹੀਂ, ਲੱਖਾਂ ਹੀ ਫੌਜਾਂ ਹੋਣ, ਲੱਖਾਂ ਹੀ ਵਾਜੇ ਹੋਣ ਤੇ ਲੱਖਾਂ ਹੀ ਨੇਜਿਆਂ ਵਾਲੇ ਸੂਰਮੇ ਹੋਣ। ਲੱਖ ਉੱਠ ਕਰਹਿ ਸਲਾਮ, ਤੇ ਜਦੋਂ ਕਿਧਰੇ ਉੱਠ ਕੇ ਜਾਵੇ ਲੱਖਾਂ ਲੋਕ ਉੱਠ ਕੇ ਉਹਨੂੰ ਸਲਾਮ ਕਰਨ। ਕਿਉਂਕਿ ਜਿਹੜੇ ਵੱਡੇ ਵੱਡੇ ਪਾਤਸ਼ਾਹ ਲੋਕ ਨੇ, ਜਦੋਂ ਕੋਈ ਖਾਸ ਦਿਨ ਤਿਉਹਾਰ ਹੁੰਦਾ ਹੈ ਉਸ ਵੇਲੇ ਲੱਖਾਂ ਲੋਕ ਉਹਨਾਂ ਨੂੰ ਸਲੂਟਾਂ ਮਾਰਦੇ ਨੇ, ਸਲਾਮਾਂ ਕਰਦੇ ਹਨ।